ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਦੇ ਹਾਂ ਕਿ ਭਾਰਤ ਸਰਕਾਰ ਦੀ ਕੈਨੇਡਾ ਬਾਰੇ ਜੋ ਸੋਚ ਹੈ ਭਾਰਤ ਦੇ ਨਾਗਰਿਕਾਂ ਨਾਲ ਨਹੀਂ ਮਿਲਦੀ। ਜੋ ਭਾਰਤ ਦੇ ਲੋਕ ਕੈਨੇਡਾ ਵਿੱਚ ਜਾਣਾ ਬਾਕੀ ਮੁਲਕਾਂ ਤੋਂ ਵੱਧ ਪ੍ਰੇਫਰ ਕਰਦੇ ਹਨ। ਸਿਰਫ ਇਤਨਾ ਹੀ ਨਹੀਂ ਕਿ ਕੈਨੇਡਾ ਵਿੱਚ ਪੰਜਾਬ ਦੇ ਲੋਕ ਅਤੇ ਪੰਜਾਬੀ ਹੀ ਜਾਣਾ ਚਾਹੁੰਦੇ ਹਨ ਜਾਂ ਸਿੱਖਾਂ ਦਾ ਸਭ ਤੋਂ ਵੱਧ ਪ੍ਰੈਫਰਡ ਹਰਮਨ ਪਿਆਰਾ ਦੇਸ਼ ਜਿੱਥੇ ਉਹ ਜਾ ਕੇ ਵਸਣਾ ਚਾਹੁੰਦੇ ਹਨ ਉਹ ਕੈਨੇਡਾ ਹੈ। ਪਰ ਇਹ ਦੇਸ਼ ਦੀਆਂ ਹੋਰ ਜੋ ਧਾਰਮਿਕ ਅਤੇ ਵੱਖ-ਵੱਖ ਇਲਾਕਿਆਂ ਦੇ ਜੋ ਲੋਕ ਹਨ ਸਾਰੇ ਦੇਸ਼ 'ਚੋਂ ਉਹਨਾਂ ਦਾ ਵੀ ਧਿਆਨ ਇਸ ਗੱਲ 'ਚ ਰਹਿੰਦਾ ਹੈ ਕਿ ਉਹਨਾਂ ਨੂੰ ਕੈਨੇਡਾ ਵਿੱਚ ਕਿਸੇ ਤਰ੍ਹਾਂ ਐਂਟਰੀ ਮਿਲ ਜਾਏ, ਸਿਟੀਜ਼ਨਸ਼ਿਪ ਮਿਲ ਜਾਏ, ਇਮੀਗ੍ਰੇਸ਼ਨ ਮਿਲੇ। ਔਰ ਉਹ ਪ੍ਰੈਫਰ ਕਰਦੇ ਹਨ ਕਿ ਆਸਟ੍ਰੇਲੀਆ ਅਤੇ UK ਯਾਨੀ ਯੂਨਾਈਟਿਡ ਕਿੰਗਡਮ ਤੋਂ ਵੀ ਜ਼ਿਆਦਾ ਕੈਨੇਡਾ ਨੂੰ ਪ੍ਰੈਫਰ ਕਰਦੇ ਹਨ ਅਤੇ ਬਹੁਤ ਸਾਰੇ ਲੋਕ ਅਮਰੀਕਾ ਨੂੰ ਪ੍ਰੈਫਰ ਕਰਦੇ ਹਨ। ਸੋ ਲੋਕਾਂ ਦੀ ਜੋ ਚਾਇਸ ਹੈ ਯਾਨੀ ਭਾਰਤੀ ਨਾਗਰਿਕਾਂ ਦੀ ਦੇਸ਼ ਦੀ ਨਾਗਰਿਕਤਾ ਤਿਆਗ ਕੇ ਜੋ ਵਿਦੇਸ਼ਾਂ ਵਿੱਚ ਵਸਣ ਦੀ ਪ੍ਰੈਫਰੈਂਸ ਹੈ ਉਹਨਾਂ ਦੀ 1 ਨੰਬਰ ਤੇ USA ਹੈ ਤੇ 2 ਤੇ ਕੈਨੇਡਾ ਹੈ। ਪਿਛਲੇ ਕੁਝ ਵਰਸ਼ਾਂ ਵਿੱਚ ਭਾਰਤ ਤੋਂ 114 ਮੁਲਕਾਂ ਵਿੱਚ ਲੋਕਾਂ ਨੇ ਸਿਟੀਜ਼ਨਸ਼ਿਪ ਲਈ ਹੈ ਅਤੇ ਭਾਰਤ ਦੀ ਨਾਗਰਿਕਤਾ ਨੂੰ ਤਿਆਗਿਆ ਹੈ। ਇਹ 8.4 ਲੱਖ ਭਾਰਤੀਆਂ ਨੇ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਕੇ ਸਿਟੀਜ਼ਨਸ਼ਿਪ ਛੱਡ ਕੇ ਔਰ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਲਈ ਹੈ, ਸਿਟੀਜ਼ਨਸ਼ਿਪ ਲਈ ਹੈ। ਪਰ ਜਿਹੜੇ ਲੋਕਾਂ ਨੇ ਨਾਗਰਿਕਤਾ ਛੱਡੀ ਹੈ ਅਸੀਂ ਇਸ ਵਿੱਚ ਉਹ ਫਿਗਰ ਦਿੱਤੀਆਂ ਹਨ। ਇਮੀਗ੍ਰੇਸ਼ਨ ਵਾਲੀਆਂ ਫਿਗਰ ਇਸ ਤੋਂ ਵੀ ਬਹੁਤ ਜ਼ਿਆਦਾ ਹਨ ਪਰ ਉਹਨਾਂ ਫਿਗਰ ਦਾ ਭਾਰਤ ਸਰਕਾਰ ਕੋਲ ਅਜੇ ਤੱਕ ਕੋਈ ਠੋਸ ਡਾਟਾ ਅਵੇਲੇਬਲ ਨਹੀਂ ਅਤੇ ਯਤਨ ਕਰਨ ਦੇ ਬਾਵਜੂਦ ਵੀ ਉਹ ਪ੍ਰਾਪਤ ਨਹੀਂ ਹੋ ਸਕਿਆ ਕਿਉਂਕਿ ਇਮੀਗ੍ਰੇਸ਼ਨ ਲੈਣ ਨਾਲ ਉਹ ਭਾਰਤੀ ਸਿਟੀਜ਼ਨ ਹੀ ਰਹਿੰਦਾ ਹੈ। ਇਸ ਲਈ ਜਦ ਤੱਕ ਉਹ ਭਾਰਤ ਦੇ ਕਨਸਟੀਟਿਊਸ਼ਨ ਨੂੰ ਤਿਆਗ ਕੇ ਆਪਣਾ ਪਾਸਪੋਰਟ ਵਾਪਸ ਨਹੀਂ ਦਿੰਦਾ ਉਨੀ ਦੇਰ ਨਹੀਂ ਪਤਾ ਲੱਗਦਾ ਕਿ ਉਸਨੇ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਦਿੱਤਾ। ਤੋ ਇੱਥੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ 2018 ਤੋਂ 2023 ਤੱਕ ਜੋ 8.4 ਲੱਖ ਭਾਰਤੀਆਂ ਨੇ ਇਸ ਮੁਲਕ ਦੀ ਨਾਗਰਿਕਤਾ ਨੂੰ ਤਿਲਾਂਜਲੀ ਦੇ ਦਿੱਤੀ, ਤਿਆਗ ਦਿੱਤਾ, ਛੱਡ ਦਿੱਤੀ ਅਤੇ ਵੱਖ-ਵੱਖ ਦੇਸ਼ਾਂ ਵਿੱਚ ਜਿੱਥੇ ਕਿਤੇ ਉਹਨਾਂ ਦਾ ਵਸੀਲਾ ਬਣਿਆ 114 ਦੇਸ਼ਾਂ ਵਿੱਚ ਉੱਥੇ ਉਹ ਜਾ ਕੇ ਵਸ ਗਏ। ਔਰ ਜੋ ਇਸਲਾਮਿਕ ਕੰਟਰੀ ਹਨ ਕਿਉਂਕਿ ਬਹੁਤ ਸਾਰੇ ਇਸਲਾਮਿਕ ਕੰਟਰੀ ਨੌਕਰੀ ਤਾਂ ਕਰਨ ਦਿੰਦੇ ਹਨ, ਨਾ ਇਮੀਗ੍ਰੇਸ਼ਨ ਦਿੰਦੇ ਹਨ ਅਤੇ ਨਾ ਹੀ ਸਿਟੀਜ਼ਨਸ਼ਿਪ ਦਿੰਦੇ ਹਨ। ਇਸ ਲਈ ਲੋਕ ਉਹਨਾਂ ਮੁਲਕਾਂ ਵਿੱਚ ਪੈਸੇ ਕਮਾਉਣ ਲਈ ਤੇ ਜਾਂਦੇ ਹਨ ਜਿਵੇਂ ਦੁਬਈ ਹੈ, ਸਾਊਦੀ ਅਰੇਬੀਆ ਹੈ, ਮਸਕਟ ਹੈ। ਸੋ ਇੱਦਾਂ ਦੇ ਕੁਵੈਤ ਹੈ, ਕਈ ਮੁਲਕ ਹਨ ਜਿਨ੍ਹਾਂ 'ਚ ਕਿ ਪੈਟਰੋ ਡਾਲਰ ਕਰਕੇ ਜਿਨ੍ਹਾਂ ਕੋਲ ਪੈਸਾ ਬਹੁਤ ਹੈ, ਅਮੀਰੀ ਬਹੁਤ ਹੈ ਔਰ ਉੱਥੋਂ ਉਹਨਾਂ ਨੂੰ ਚੰਗੀ ਆਮਦਨੀ ਹੁੰਦੀ ਹੈ। ਉਹ ਇਸ ਕਰਕੇ ਉੱਥੋਂ ਤਾਂ ਚਲੇ ਜਾਂਦੇ ਹਨ ਪਰ ਉੱਥੋਂ ਪੈਸਾ ਕਮਾ ਕੇ ਫਿਰ ਉਹ ਡਿਵੈਲਪ ਮੁਲਕਾਂ ਵਿੱਚ ਯਾਨੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK, ਜਰਮਨੀ ਅਤੇ ਹੋਰ ਮੁਲਕਾਂ ਵਿੱਚ ਵਸਣ ਦੀ ਕੋਸ਼ਿਸ਼ ਕਰਦੇ ਹਨ। ਸੋ ਜਿਹੜੀ ਭਾਰਤ ਸਰਕਾਰ ਦੀ ਇਹ ਕਹਿਣਾ ਹੈ ਕਿ ਵੀ ਜਿਹੜਾ ਕੈਨੇਡਾ ਉਹ ਐਂਟੀ ਇੰਡੀਆ ਜਿਹੜੀਆਂ ਉੱਥੇ ਜੋ ਚੱਲ ਰਹੀਆਂ ਲਹਿਰਾਂ ਉਹਨਾਂ ਨੂੰ ਪ੍ਰਮੋਟ ਕਰਦਾ ਹੈ। ਉਹ ਇਹ ਗੱਲ ਸਿੱਧ ਕਰਦੀ ਹੈ ਕਿ ਜੇ ਅਜਿਹਾ ਹੋਵੇ ਤਾਂ ਫਿਰ ਪੰਜਾਬ ਤੋਂ ਬਾਹਰ ਯਾਨੀ ਸਿੱਖਾਂ ਤੋਂ ਇਲਾਵਾ
ਹੋਰ ਜਿਹੜੀਆਂ ਕਮਿਊਨਿਟੀਜ਼ ਕੈਨੇਡਾ ਵਿੱਚ ਜਾ ਕੇ ਸੈਟਲ ਹੋ ਰਹੀਆਂ ਹਨ, ਉਹ ਇਸ ਗੱਲ ਨੂੰ ਝੁਠਲਾਉਂਦੀਆਂ ਹਨ ਕਿ ਜੋ ਦੋਸ਼ ਭਾਰਤ ਦੀ ਸਰਕਾਰ ਕੈਨੇਡਾ ਉੱਪਰ ਲਗਾ ਰਹੀ ਹੈ, ਕਿਉਂਕਿ ਲੋਕਾਂ ਦੀ ਜੋ ਪ੍ਰੈਫਰੈਂਸ ਹੈ ਅਮਰੀਕਾ ਤੋਂ ਬਾਅਦ ਉਹ ਕੈਨੇਡਾ ਹੈ। ਮੈਂ ਹੁਣ ਤੁਹਾਨੂੰ ਕੁਝ ਫਿਗਰਾਂ, ਇਹ ਫਿਗਰ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਇਹ ਫਿਗਰਸ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਦੇਸ਼ ਦੀ ਪਾਰਲੀਮੈਂਟ ਨੂੰ ਦਿੱਤੀਆਂ। ਉਹਨਾਂ ਫਿਗਰ ਦੇ ਆਧਾਰ 'ਤੇ ਮੈਂ ਤੁਹਾਨੂੰ ਇਸ ਗੱਲਬਾਤ, ਇਸ ਚਰਚਾ ਵਿੱਚ ਉਹ ਫਿਗਰ ਤੁਹਾਨੂੰ ਸਾਹਮਣੇ ਰੱਖ ਲਿਆ। ਸੋ ਇਹ ਜੋ ਹੁਣ ਝਗੜਾ ਨਿੱਜਰ, ਹਰਦੀਪ ਸਿੰਘ ਨਿੱਜਰ ਜੋ ਖਾਲਿਸਤਾਨੀ ਲੀਡਰ ਹੈ, ਸਿੱਖ ਫਾਰ ਜਸਟਿਸ ਜਿਹੜੀ ਸੰਸਥਾ, ਉਸ ਦਾ ਉਹ ਵਾਈਸ ਚੇਅਰਮੈਨ ਸੀ ਅਤੇ ਉਹਦਾ ਜੂਨ ਦੇ ਮਹੀਨੇ ਵਿੱਚ ਗੁਰਦੁਆਰੇ ਦੇ ਕੰਪਾਊਂਡ ਵਿੱਚ ਕਤਲ ਕਰ ਦਿੱਤਾ ਗਿਆ। ਉਸ ਨੂੰ ਗੋਲੀਆਂ ਮਾਰ ਕੇ ਜਦੋਂ ਆਪਣੀ ਕਾਰ 'ਚ ਬੈਠਾ ਹੀ ਸੀ ਤਾਂ ਉਸ ਦਾ ਕਤਲ ਕਰਕੇ 2 ਕਾਤਲ ਜਿਹੜੇ ਸੀਗੇ ਉਹ ਫਰਾਰ ਹੋ ਗਏ। ਇਹ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜੋ ਭਾਰਤ ਉੱਪਰ ਦੋਸ਼ ਲਾਇਆ ਹੈ ਕਿ ਭਾਰਤ ਦੀਆਂ ਏਜੰਸੀਆਂ ਨਿੱਜਰ ਦੇ ਕਤਲ ਪਿੱਛੇ ਉਹਨਾਂ ਦਾ ਹੱਥ ਹੈ, ਇਹ ਇਨਫੋਰਮੇਸ਼ਨ ਨਿਊਯਾਰਕ ਟਾਈਮ ਦੇ ਮੁਤਾਬਕ ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਹੈ, ਕਿਉਂਕਿ ਇਹ ਜਿਹੜੇ 5 ਆਈ ਕੰਟਰੀ ਹਨ ਇਹ ਆਪਸ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੰਟੈਲੀਜੈਂਸ ਸ਼ੇਅਰ ਕਰਦੇ ਹਨ, ਤਾਂ ਉਸ ਦੇ ਕਤਲ ਤੋਂ ਬਾਅਦ ਇਹ ਅਮਰੀਕਾ ਨੇ ਦਿੱਤੀ। ਇਹ ਇਨਸਾਫ ਜੋ ਹੈ ਅਮਰੀਕਾ ਦੀ ਸਭ ਤੋਂ ਮਸ਼ਹੂਰ ਅਖਬਾਰ ਨਿਊਯਾਰਕ ਟਾਈਮ ਨੇ ਆਪਣੀ ਇੱਕ ਰਾਈਟਿੰਗ ਵਿੱਚ, ਇੱਕ ਰਿਪੋਰਟਿੰਗ ਵਿੱਚ ਕੀਤਾ ਹੈ। ਇਸ ਨਾਲ ਜੋ ਭਾਰਤ ਲਈ ਹੋਰ ਵੀ ਸਮੱਸਿਆ ਪੈਦਾ ਹੋ ਗਈ ਹੈ ਕਿ ਜਿੱਥੇ ਉਹ ਕੈਨੇਡਾ ਨੂੰ ਨਿੰਦ ਰਿਹਾ ਸੀ ਕਿ ਕੈਨੇਡਾ ਝੂਠਾ ਦੋਸ਼ ਲਾ ਰਿਹਾ ਹੈ, ਨਿਊਯਾਰਕ ਟਾਈਮ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਇਹ ਤਾਂ ਅਮਰੀਕਾ ਦੀ ਦਿੱਤੀ ਹੋਈ ਇਨਫੋਰਮੇਸ਼ਨ ਹੈ, ਇੰਟੈਲੀਜੈਂਸ ਹੈ। ਹੁਣ ਦੇਖਦੇ ਹਾਂ ਕਿ ਇੰਡੀਆ ਅਮਰੀਕਾ ਬਾਰੇ ਕੀ ਆਪਣੇ ਵਿਚਾਰ ਪੇਸ਼ ਕਰਦਾ ਹੈ, ਕਿਉਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਇਹ ਗੱਲ ਕਿਹਾ ਕਿ ਭਾਰਤ ਨੂੰ ਇਸ ਨਿੱਜਰ ਦੇ ਕਤਲ ਕੇਸ ਦੀ ਜੋ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ, ਕਿਉਂਕਿ ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ। ਹੁਣ ਅਸੀਂ ਚਰਚਾ ਇਹ ਕਰ ਰਹੇ ਹਾਂ ਕਿ ਭਾਰਤੀ ਆਪਣੀ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਕੇ ਕਿਉਂ ਵਿਦੇਸ਼ਾਂ ਵਿੱਚ ਸੈਟਲ ਹੋ ਰਹੇ ਹਨ। ਉਸ ਦੇ 2-3 ਕਾਰਨ ਮੈਂ ਤੁਹਾਨੂੰ ਦੱਸਦਾ ਕਿ ਜੋ ਟਰੈਵਲ ਏਜੰਸੀਆਂ ਹਨ ਅਤੇ ਜੋ ਇਸ ਬਿਜ਼ਨਸ ਵਿੱਚ ਹਨ ਕਿ ਲੋਕ ਵਿਦੇਸ਼ਾਂ ਵਿੱਚ ਸੈਟਲ ਹੋਣ, ਔਰ ਤੁਸੀਂ ਦੇਖਿਆ ਸਿਰਫ ਪੰਜਾਬ ਵਿੱਚ ਜਾਂ ਚੰਡੀਗੜ੍ਹ ਵਿੱਚ ਹੀ ਨਹੀਂ, ਥਾਂ ਤੇ ਇਲਟ ਦੇ ਸਕੂਲ ਖੁੱਲ੍ਹੇ ਹੋਏ, ਈਵਨ ਬਠਿੰਡੇ ਵਰਗੀਆਂ ਥਾਵਾਂ 'ਤੇ ਛੋਟੇ ਸ਼ਹਿਰਾਂ 'ਚ ਵੀ ਇਲਟ ਦੇ ਸਕੂਲ ਖੁੱਲ੍ਹੇ ਹੋਏ ਹਨ। ਇਹ ਭਾਰਤ ਦੇ ਯਾਨੀ ਸਾਰੇ ਵੱਡੇ ਸ਼ਹਿਰਾਂ 'ਚ, ਦਿੱਲੀ, ਮੁੰਬਈ, ਕਲਕੱਤੇ ਤੋਂ ਇਲਾਵਾ ਹੈਦਰਾਬਾਦ, ਤੁਸੀਂ ਕਿਸੇ ਵੀ ਵੱਡੇ ਸ਼ਹਿਰ ਦਾ ਨਾਂ ਲਓ, ਉਹਦੇ ਵਿੱਚ ਇਲਟ ਨੂੰ ਪਾਸ ਕਰਾਉਣ ਲਈ ਬੜੇ ਇੰਸਟੀਚਿਊਟ ਖੁੱਲ੍ਹੇ ਹੋਏ ਹਨ ਅਤੇ ਲੋਕ ਬਹੁਤ ਸਾਰਾ ਪੈਸਾ ਖਰਚ ਕੇ ਵਿਦੇਸ਼ਾਂ ਵਿੱਚ ਜਾਣ ਲਈ ਇਲਟ ਕਰਕੇ ਜਾਂਦੇ ਹਨ। ਸੋ ਇਹ ਜੋ ਲੋਕਾਂ ਵਿੱਚ ਵਿਦੇਸ਼ਾਂ ਵਿੱਚ ਜਾਣਾ ਹੈ, ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉੱਥੋਂ ਦੀ ਜ਼ਿੰਦਗੀ ਬੜੀ ਖੂਬਸੂਰਤ ਅਤੇ ਵਧੀਆ, ਰਹਿਣ ਸਹਿਣ ਦਾ ਢੰਗ ਵਧੀਆ ਹੈ, ਔਰ ਜੀਵਨ ਜੋ ਹੈ ਉੱਥੇ ਭਾਰਤ ਨਾਲੋਂ ਜ਼ਿਆਦਾ ਸ਼ਾਂਤਮਈ ਹੈ। ਭਾਰਤ ਵਿੱਚ ਤਾਂ ਇਤਨੀ ਲੁੱਟ ਖਸੁੱਟ ਹੈ ਕਿ ਹਰ ਕੰਮ ਲਈ ਤੁਹਾਨੂੰ ਪੈਸਾ ਦੇਣਾ ਪੈਂਦਾ। ਹਸਪਤਾਲਾਂ 'ਚ ਚਲੇ ਜਾਓ ਤੇ ਭੀੜ ਹੈ, ਔਰ ਜੇ ਤੁਸੀਂ ਵਧੀਆ ਲੈਣੀ ਹੈ ਡਾਕਟਰੀ ਸਿਹਤ ਲਈ, ਆਪਣੀ ਕੋਈ ਡਾਕਟਰ ਦੀ ਇਲਾਜ ਕਰਾਉਣਾ ਹੈ ਪ੍ਰਾਈਵੇਟ ਇੰਸਟੀਟਿਊਸ਼ਨ, ਤੇ ਤੁਹਾਡੇ ਜੇਬ ਵਿੱਚ ਲੱਖਾਂ ਰੁਪਏ ਹੋਣੇ ਚਾਹੀਦੇ ਹਨ। ਪ੍ਰਾਈਵੇਟ ਜਿਹੜੀਆਂ ਡਾਕਟਰੀ ਦੇ ਖੁੱਲ੍ਹੇ ਹੋਏ ਹਨ ਵੱਡੇ ਨਾਮੀ, ਜਿਹਨੂੰ ਅਸੀਂ ਹਸਪਤਾਲ ਕਹਿੰਦੇ ਹਾਂ, ਉਹਨਾਂ ਵਿੱਚ ਤਾਂ ਗਰੀਬ ਆਦਮੀ ਜਾ ਹੀ ਨਹੀਂ ਸਕਦਾ।
ਔਰ ਉਧਰ ਕਈ ਥਾਵਾਂ ਤਾਂ ਲੋਅਰ ਮਿਡਲ ਕਲਾਸ ਦੀ ਵੀ ਉਹ ਮਜਬੂਰੀ ਤੋਂ ਉਹਨਾਂ ਦੀ ਪਹੁੰਚ ਤੋਂ ਬਾਹਰ ਹਨ। ਦੂਸਰਾ ਇਹ ਹੈ ਕਿ ਵਿਦੇਸ਼ਾਂ ਵਿੱਚ ਨੌਕਰੀਆਂ ਦੀਆਂ ਅਪਰਚੂਨਿਟੀਆਂ ਬਹੁਤ ਜ਼ਿਆਦਾ ਹਨ। ਤੁਸੀਂ ਦੇਖ ਹੀ ਚੁੱਕੇ ਹੋ, ਨਰਿੰਦਰ ਮੋਦੀ ਨੇ ਜੋ ਲਿਫਾਫੇਬਾਜ਼ੀ ਕੀਤੀ ਹੈ, ਜੁਮਲੇਬਾਜ਼ੀ, ਕੋਈ ਨੌਕਰੀਆਂ ਨਹੀਂ ਕ੍ਰੀਏਟ ਕੀਤੀਆਂ, ਸਿਰਫ ਲੋਕਾਂ ਨੂੰ ਧਰਮ ਦੇ ਬੇਸ 'ਤੇ ਵੰਡ ਕੇ ਆਪਣੀ ਕੌਂਸਟੀਚੁਐਂਸੀ ਕ੍ਰੀਏਟ ਕੀਤੀ ਹੈ, ਜਿਸ ਰਾਹੀਂ ਕਿ ਉਹ ਦੇਸ਼ ਵਿੱਚ ਪਿਛਲੇ 10 ਸਾਲ ਤੋਂ, ਯਾਨੀ 9 ਸਾਲ ਕੰਪਲੀਟ ਹੋ ਚੁੱਕੇ ਨੇ, ਹੁਣ ਉਹ 10ਵੇਂ ਸਾਲ 'ਚ ਹਨ, ਉਹ ਰਾਜ ਕਰ ਰਹੇ ਹਨ। ਅਤੇ ਉਹ ਇਹ ਗੱਲ ਦੱਸਦੇ ਹੀ ਨਹੀਂ ਕਿ ਉਹਨਾਂ ਦੀ ਜਿਹੜੀ ਤੀਜੀ ਇਲੈਕਸ਼ਨ ਨੂੰ ਜਿੱਤਣਾ ਚਾਹੁੰਦੇ ਹਨ, ਉਹਦੇ ਵਿੱਚ ਕੋਈ ਆਰਥਿਕ ਪਾਲਿਸੀ ਜਾਂ ਉਹਨਾਂ ਨੇ ਦੇਸ਼ ਲਈ, ਲੋਕਾਂ ਲਈ ਕੀ ਕੀਤਾ, ਉਸ ਦੀ ਉਹ ਕੋਈ ਗੱਲ ਨਹੀਂ ਕਰਦੇ। ਸਗੋਂ ਜਿਵੇਂ ਕਿ ਪਾਰਲੀਮੈਂਟ 'ਚ ਹੁਣੇ ਜੇ ਇੰਸੀਡੈਂਟ ਹੋਇਆ ਕਿ ਉਸ ਨੂੰ ਇੱਕ ਮੁਸਲਮਾਨ MP ਨੂੰ ਜਿਹੜੀਆਂ ਸਿੱਧਾ ਹੀ ਉਹਨੂੰ ਯਾਨੀ ਗਾਲਾਂ ਗਲੋਚ ਕੀਤਾ ਗਿਆ, ਉਹਦੀ ਬੇਇੱਜ਼ਤੀ ਕੀਤੀ ਗਈ। ਔਰ ਇਸ 'ਤੇ BJP ਵੀ ਚੁੱਪ ਹੈ, ਔਰ ਦੇਸ਼ ਦਾ ਪ੍ਰਾਈਮ ਮਿਨਿਸਟਰ ਵੀ ਚੁੱਪ ਹੈ, ਦੇਸ਼ ਦਾ ਹੋਮ ਮਿਨਿਸਟਰ ਵੀ ਚੁੱਪ ਹੈ। ਔਰ ਜੋ ਸਾਡੀ ਪਾਰਲੀਮੈਂਟ ਦੇ ਸਪੀਕਰ ਦਾ ਬਿਆਨ ਸੀ ਕਿ ਤੁਹਾਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇ ਤੁਸੀਂ ਮੁੜ ਕਰੋਗੇ ਤਾਂ ਤੁਹਾਡੇ 'ਤੇ ਐਕਸ਼ਨ ਹੋਏਗਾ। ਤੋ ਕਿਸੇ ਵੀ ਮੁਸਲਮਾਨ ਨੂੰ ਇਸ ਤਰ੍ਹਾਂ ਦਾ ਕਾਰਨਰ ਕਰਨਾ, ਜਿਸ ਤਰ੍ਹਾਂ ਕਿ ਪਾਰਲੀਮੈਂਟ ਵਿੱਚ ਸਪੈਸ਼ਲ ਸੈਸ਼ਨ 'ਚ ਹੋਇਆ, ਉਹਦੇ ਨਾਲ ਸਾਰੀ ਦੁਨੀਆ 'ਚ ਦੇਸ਼ਾਂ 'ਚ ਭਾਰਤ ਦੀ ਬਹੁਤ ਜ਼ਿਆਦਾ ਜੋ ਹੈ ਬੇਇੱਜ਼ਤੀ ਹੋਈ ਹੈ। ਔਰ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਲੋਕਾਂ ਕੋਲ, ਜਿਨ੍ਹਾਂ ਕੋਲ ਪੈਸਾ ਵੀ ਬਹੁਤ ਹੈ, ਬੜੇ ਬੜੇ ਇੰਡਸਟਰੀਲਿਸਟ, ਬੜੇ ਅਮੀਰ ਆਦਮੀ ਵੀ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਹੇ ਹਨ। ਔਰ ਇਹ ਜਿਹੜੀ ਇਹਨਾਂ ਦੀ ਸੰਖਿਆ ਹੈ ਉਹ 2020 ਵਿੱਚ ਇਸ ਲਈ ਘਟੀ ਕਿ ਕੋਵਿਡ ਕਰਕੇ ਲੋਕਾਂ ਦਾ ਜੋ ਦੂਸਰੇ ਮੁਲਕਾਂ 'ਚ ਜਾਣ ਦਾ ਜਿਹੜਾ ਪ੍ਰੋਸੈਸ ਸੀ ਉਹ ਥੋੜ੍ਹਾ ਜਿਹਾ ਸਲੋ ਹੋ ਗਿਆ, ਢਿੱਲਾ ਪੈ ਗਿਆ। ਪਰ ਫਿਰ ਵੀ 2018 ਵਿੱਚ 1.3 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਨੂੰ ਛੱਡਿਆ, ਔਰ 2022 ਵਿੱਚ 2.2 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਹੈ। ਔਰ ਜੋ ਹੁਣ 2023 ਹੈ, ਇਹਦੇ ਵਿੱਚ ਹੁਣ ਤੱਕ 87,000 ਦੇ ਕਰੀਬ ਭਾਰਤੀਆਂ ਨੇ ਜੋ ਹੈ ਇਸ ਦੀ ਦੇਸ਼ ਦੀ ਨਾਗਰਿਕਤਾ ਨੂੰ ਤਿਆਗਿਆ। ਇਹ ਫਿਗਰਾਂ ਜਿਹੜੀਆਂ ਇਹ ਉਹ ਲੋਕ ਜਿਹੜੇ ਸਿਆਸਤ ਵਿੱਚ ਹਨ, ਔਰ ਇਹ ਉਹਨਾਂ ਨੂੰ ਇਹ ਸ਼ਰਮਸ਼ਾਰ ਕਰਨ ਵਾਲੀਆਂ ਫਿਗਰ ਹਨ ਕਿ ਬੜੀ ਤੇਜ਼ੀ ਨਾਲ ਲੋਕ ਭਾਰਤ ਨੂੰ ਛੱਡ ਕੇ ਅਮੀਰ ਆਦਮੀ, ਰਿਚ ਆਦਮੀ, ਟੈਲੈਂਟਡ ਡਾਕਟਰ, ਇੰਜੀਨੀਅਰ ਅਤੇ IT ਦੇ ਐਕਸਪਰਟ ਜਿਹੜੇ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ। ਔਰ ਵਿਦੇਸ਼ਾਂ ਦੀ ਵੀ ਇਹ ਪਾਲਿਸੀ ਹੈ, ਆਸਟ੍ਰੇਲੀਆ ਅਤੇ ਕੈਨੇਡਾ, ਜਿਹਨੂੰ ਕਿ ਟੈਲੈਂਟਡ ਪੜ੍ਹੇ ਲਿਖੇ ਡਾਕਟਰਾਂ ਦੀ, ਇੰਜੀਨੀਅਰਾਂ ਦੀ ਅਤੇ ਹੋਰ ਖਿੱਤਿਆਂ ਦੇ IT ਐਕਸਪਰਟਾਂ ਦੀ ਬੜੀ ਝਾਕ ਹੈ। ਉਹਨਾਂ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇਣ ਦਾ, ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਦੇ ਬੜੇ ਪ੍ਰੋਸੈਸ ਈਜ਼ੀ ਬਣਾ ਦਿੱਤੇ ਹਨ, ਤਾਂ ਜੋ ਉਹਨਾਂ ਨੂੰ ਬਿਨਾਂ ਪੈਸੇ ਖਰਚਿਆਂ ਭਾਰਤ ਤੋਂ ਉਹਨਾਂ ਨੂੰ ਟੈਲੈਂਟਡ ਲੋਕ, ਇੰਟੈਲੀਜੈਂਟ ਲੋਕ, ਐਕਸਪਰਟ ਲੋਕ ਮਿਲ ਜਾਣ। ਕਿਉਂਕਿ ਉਹਨਾਂ 'ਤੇ ਪੜ੍ਹਾਈ ਲਿਖਾਈ 'ਤੇ ਕੋਈ ਖਰਚਾ ਨਹੀਂ ਹੋਇਆ। ਪੜ੍ਹਾਈ ਲਿਖਾਈ 'ਤੇ ਉਹਨਾਂ ਨੂੰ ਟੈਲੈਂਟਡ ਬਣਾਉਣ 'ਤੇ ਖਰਚਾ ਤਾਂ ਭਾਰਤ ਸਰਕਾਰ ਕਰ ਰਹੀ ਹੈ, ਪਰ ਉਹਦਾ ਫਾਇਦਾ ਜੋ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ UK 4 ਮੁਲਕ ਜੋ ਹਨ ਉਹ ਇਸ ਕਰਕੇ ਵੀ ਉਠਾ ਰਹੇ ਹਨ ਕਿ ਭਾਰਤੀ ਲੋਕਾਂ ਦੀ ਜਿਹੜੀ ਇੰਗਲਿਸ਼ ਲੈਂਗੁਏਜ ਦੀ ਨੌਲੇਜ ਜਿਹੜੀ ਹੈ ਉਹ ਬਾਕੀ ਮੁਲਕਾਂ ਦੇ ਬਹੁਤ ਸਾਰੇ ਵਸਿੰਦਿਆਂ ਨਾਲੋਂ ਬਿਹਤਰ ਹੈ। ਇਸ ਲਈ ਉਹਨਾਂ ਦੀ ਪ੍ਰੈਫਰੈਂਸ ਹੈ, ਉਹ ਤਰਜੀਹ ਦਿੰਦੇ ਹਨ ਕਿ ਉਹਨਾਂ ਨੂੰ ਡਿਵੈਲਪ ਕੰਟਰੀਆਂ ਵਿੱਚ ਜਿਹੜੀ ਇਹ ਜੇਕਰ ਸਿਟੀਜ਼ਨਸ਼ਿਪ ਮਿਲ ਜਾਏ, ਉਹਨਾਂ ਦੀ ਐਂਟਰੀ ਹੋ ਜਾਏ, ਤਾਂ ਉਹ ਇਹਨਾਂ 4 ਮੁਲਕਾਂ ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ। ਇੱਕ ਨੰਬਰ 'ਤੇ USA, ਕੈਨੇਡਾ, ਆਸਟ੍ਰੇਲੀਆ ਅਤੇ UK। ਸੋ ਇਹ ਜੋ ਇਤਨੇ ਲੋਕ
ਛੱਡ ਕੇ ਜਾ ਰਹੇ ਹਨ। ਕੁਝ ਲੋਕ ਆਪਣੇ ਬੱਚਿਆਂ ਦੇ ਫਿਊਚਰ ਲਈ ਖੁਦ ਮਾਈਗ੍ਰੇਟ ਕਰ ਰਹੇ ਹਨ ਇਹਨਾਂ ਮੁਲਕਾਂ ਵਿੱਚ, ਇਹ ਸੋਚ ਕੇ ਕਿ ਉਹਨਾਂ ਬੱਚਿਆਂ ਦਾ ਭਵਿੱਖ ਉਹਨਾਂ ਮੁਲਕਾਂ 'ਚ ਬਿਹਤਰ ਰਹੇਗਾ, ਉੱਥੇ ਪੜ੍ਹਾਈ ਲਿਖਾਈ ਦੇ ਅੱਛੇ ਵਸੀਲੇ ਹਨ ਅਤੇ ਉੱਚ ਪੱਧਰੀ ਪੜ੍ਹਾਈ ਲਿਖਾਈ ਮਿਲਦੀ ਹੈ ਅਤੇ ਨੌਕਰੀਆਂ ਵੀ ਪੜ੍ਹੇ ਲਿਖੇ ਵਿਦਵਾਨ ਟੈਲੈਂਟਡ ਜਿਹੜੇ ਐਕਸਪਰਟ ਹਨ ਵੱਖ-ਵੱਖ ਖਿੱਤਿਆਂ ਦੇ ਉਹਨਾਂ ਨੂੰ ਮਿਲ ਜਾਂਦੀ ਹੈ। ਔਰ ਉੱਥੇ ਸਿਹਤ ਦੀਆਂ ਸਹੂਲਤਾਂ ਬਹੁਤ ਵਧੀਆ, ਜਿਵੇਂ ਤੁਹਾਨੂੰ ਪਤਾ ਹੋਏਗਾ ਕਿ ਕੈਨੇਡਾ ਵਿੱਚ ਸਾਰਾ ਤੁਹਾਡਾ ਸਿਹਤ ਦਾ ਜੋ ਖਰਚਾ ਹੈ ਹੈਲਥ ਸਰਵਿਸਿਜ਼ ਦਾ, ਉਹ ਸਾਰਾ ਸਟੇਟ ਕਰਦੀ ਹੈ। ਤੋ ਲੋਕਾਂ ਦਾ ਕੈਨੇਡਾ ਵਿੱਚ ਜਾਣ ਦਾ ਜਿਹੜਾ ਮੁੱਖ ਉਦੇਸ਼ ਹੈ ਉਹ ਹੈ ਚੰਗਾ ਜੀਵਨ ਜੀਣ ਲਈ ਅਤੇ ਚੰਗੇ ਸਿਹਤ ਦੀਆਂ ਫ੍ਰੀ ਮੈਡੀਕਲ ਸਰਵਿਸਿਜ਼। ਉੱਥੋਂ ਦਾ ਵਾਤਾਵਰਨ ਠੀਕ ਹੈ, ਉੱਥੋਂ ਦੇ ਪੋਲਿਊਸ਼ਨ ਨਹੀਂ ਹੈਗੀ ਉਹਨਾਂ ਮੁਲਕਾਂ ਦੇ ਸ਼ਹਿਰਾਂ 'ਚ, ਵੱਡੇ ਵੱਡੇ ਸ਼ਹਿਰਾਂ 'ਚ, ਔਰ ਉੱਥੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਬਹੁਤ ਜ਼ਿਆਦਾ। ਪਰ ਕੈਨੇਡਾ ਇਸ ਕਰਕੇ ਵੀ ਇੰਡੀਆ ਨੂੰ ਰੜਕ ਰਿਹਾ ਹੈ ਕਿਉਂਕਿ ਕੈਨੇਡਾ ਵਿੱਚ ਸਭ ਤੋਂ ਵੱਧ ਸਿੱਖਾਂ ਦੀ ਆਬਾਦੀ ਹੈ, ਸਭ ਤੋਂ ਵੱਧ ਸਿੱਖ ਮਾਈਗ੍ਰੇਟ ਕੀਤੇ ਹਨ। ਇੰਡੀਆ ਨੂੰ ਪਤਾ ਹੋਣਾ ਚਾਹੀਦਾ ਅਤੇ ਹੁਣ ਦੀ ਸਰਕਾਰ ਨੂੰ ਗਦਰੀ ਬਾਬੇ ਕਿਹੜੇ ਵਕਤ ਦੇਸ਼ ਦੀ ਆਜ਼ਾਦੀ ਲਈ ਜਿਹੜੇ ਉਹ ਕੈਨੇਡਾ ਤੋਂ ਉਹਨਾਂ ਨੇ ਸ਼ਿਪ ਖਰੀਦਿਆ ਅਤੇ ਸ਼ਿਪ ਖਰੀਦ ਕੇ ਉਹ ਕਲਕੱਤੇ ਵੱਲ ਨੂੰ ਆਏ ਦੇਸ਼ ਦੀ ਆਜ਼ਾਦੀ ਦੀ ਜੰਗ ਲੜਨ ਲਈ। ਇੰਨੀ ਪੁਰਾਣੀ ਸਿੱਖਾਂ ਦੀ ਜਿਹੜੀ ਇਹ ਵਿਦੇਸ਼ਾਂ ਵਿੱਚ ਜਾ ਕੇ ਵਸਣ ਦੀ ਜਿਹੜੀ ਬਿਰਤੀ ਹੈ, ਜਿਹੜੀ ਪ੍ਰਵਿਰਤੀ ਹੈ, ਉਹ ਬਾ ਕਮਾਲ ਹੈ। ਉਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਸਿੱਖ ਕੌਮ ਹੈ ਉਹਨਾਂ ਵਿੱਚ ਮਿਹਨਤ ਕਰਨ ਦੀ ਅਤੇ ਹਰ ਜੋਖੋਂ ਝੱਲ ਕੇ ਵੀ ਆਪਣੀ ਜ਼ਿੰਦਗੀ ਬਣਾਉਣ ਦੀ ਜਿਹੜੀ ਉਹਨਾਂ ਦੇ ਅੰਦਰ ਮਨਸ਼ਾ ਹੈ, ਉਸ ਦਾ ਕੋਈ ਹੋਰ ਮੁਕਾਬਲਾ ਨਹੀਂ ਕਰ ਸਕਦਾ। ਤੋ ਪਿਛਲੇ 2 ਦਹਾਕਿਆਂ ਤੋਂ ਜਿਵੇਂ ਕਿ ਦੇਸ਼ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਜੀ ਨੇ ਪਾਰਲੀਮੈਂਟ ਨੂੰ ਦੱਸਿਆ ਕਿ ਪਿਛਲੇ 2 ਦਹਾਕਿਆਂ ਤੋਂ ਭਾਰਤ ਦੀ ਨਾਗਰਿਕਤਾ ਤਿਆਗ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣ ਦਾ ਇੱਕ ਨਵਾਂ ਜੋ ਟ੍ਰੈਂਡ ਬਣਿਆ ਹੈ, ਜੋ ਪ੍ਰਵਿਰਤੀ ਵੱਧਦੀ ਜਾ ਰਹੀ ਹੈ, ਲੋਕਾਂ ਵਿੱਚ ਇਹ ਖਾਹਿਸ਼ ਵੱਧਦੀ ਜਾ ਰਹੀ ਹੈ ਕਿ ਭਾਰਤ ਦੀ ਜਿਹੜੀ ਹੈ ਸਿਟੀਜ਼ਨਸ਼ਿਪ ਛੱਡੋ ਅਤੇ ਵਿਦੇਸ਼ਾਂ ਵਿੱਚ ਜਾ ਕੇ ਵਸੋ। ਖਾਲਿਸਤਾਨ ਵਾਲਾ ਇਸ਼ੂ ਜੋ ਹੈ, ਖਾਲਿਸਤਾਨ ਤਾਂ ਲੋਕ ਇੱਥੇ ਵੀ ਮੰਗਦੇ ਹਨ। ਸਿਮਰਨਜੀਤ ਸਿੰਘ ਮਾਨ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਨੇ ਤੇ ਜਲੂਸ ਕੱਢਿਆ ਹੈ, ਅਕਾਲ ਤਖਤ ਤੋਂ ਰਾਹ ਦੇ ਦਫ਼ਤਰ ਤੱਕ ਜਲੂਸ ਕੱਢਤਾ ਉਹਨਾਂ ਨੇ। ਹਰਦੀਪ ਸਿੰਘ ਨਿੱਜਰ ਦੀ ਜੋ ਕਿਲਿੰਗ ਹੋਈ ਹੈ ਕਿ ਉਹਨਾਂ ਨੇ ਕਿਹਾ ਕਿ ਉਸ ਪ੍ਰੋਸੈਸ਼ਨ ਨੂੰ ਜਿਹੜਾ ਰਸਤੇ ਵਿੱਚ ਰੋਕਿਆ ਗਿਆ, ਪਰ ਚਾਹੇ 100 ਬੰਦਿਆਂ ਦਾ ਜਲੂਸ ਹੋਵੇ, ਜੋ ਵੀ ਉਹਨਾਂ ਨੇ ਪ੍ਰੋਟੈਸਟ ਮਾਰਚ ਕਰਕੇ ਰਾਹ ਦੇ ਦਫ਼ਤਰ ਵੱਲ ਗਏ, ਉਹ ਪ੍ਰਦਰਸ਼ਨੀ ਆਪਣੇ ਆਪ 'ਚ ਮਾਇਨੇ ਰੱਖਦੀ ਹੈ। ਪਰ ਕਿੱਥੇ ਵੀ ਭਾਰਤ ਸਰਕਾਰ ਨੇ ਉਹਨਾਂ ਪ੍ਰਤੀ ਕੋਈ ਇਹੋ ਜਿਹਾ ਐਕਸ਼ਨ ਨਹੀਂ ਲਿਆ ਜਿਸ ਤਰ੍ਹਾਂ ਇਹ ਸਿੱਧ ਕਰ ਸਕਣ ਕਿ ਇਹ ਗੈਰ ਕਾਨੂੰਨੀ ਹੈ। ਖਾਲਿਸਤਾਨ ਦੇ ਨਾਅਰੇ ਲੱਗੇ, ਖਾਲਿਸਤਾਨ ਦੇ ਝੰਡੇ ਵੀ ਉਹਨਾਂ ਨੇ ਚੁੱਕੇ ਹੋਏ ਸੀ। ਸੋ ਮੈਂ ਇਹ ਸਾਰੀ ਗੱਲ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲੇ ਦੱਸਦਾ ਕਿ ਭਾਰਤ ਇੱਕ ਅਜਿਹਾ ਮੁਲਕ ਹੈ ਜਿਸ ਵਿੱਚ ਕਿ ਰਹਿਣਾ ਲੋਕ ਪਸੰਦ ਇਸ ਲਈ ਨਹੀਂ ਕਰਦੇ, ਜਿਸ ਤਰ੍ਹਾਂ ਕਿ ਤੁਸੀਂ ਪਿਛਲੇ 8-9 ਸਾਲ ਤੋਂ ਦੇਖਿਆ, ਜਦੋਂ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਣੇ 2014 ਤੋਂ, ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਔਰ ਇੰਨੀ ਜਿਹੜੀ ਰਿਲੀਜੀਅਸ ਜਿਹੜੀ ਹੈਗੀ ਹੈ ਅਗਰੈਸ਼ਨ ਇੰਨੀ ਵੱਧ ਗਈ ਹੈ ਕਿ ਮਾਈਨੋਰਿਟੀਆਂ ਦੀ ਇੱਥੇ ਹੁਣ ਬਹੁਤੀ ਜ਼ਿੰਦਗੀ ਲਾਈਫ ਸੇਫ ਨਹੀਂ। ਤੁਹਾਨੂੰ ਪਤਾ ਹੀ ਹੈ ਕਿ 100 ਤੋਂ ਉੱਪਰ ਮੁਸਲਮਾਨਾਂ ਨੂੰ ਹਜੂਮੀ ਕਤਲਾਂ 'ਚ ਮਾਰਤਾ ਗਿਆ, ਟ੍ਰੇਨ 'ਚ ਮਾਰਤਾ ਗਿਆ। ਇੱਕ CRP ਦੇ ਮੁਲਾਜ਼ਮ ਨੇ ਜੈਪੁਰ ਤੋਂ ਬੰਬੇ ਜਾ ਰਹੀ ਟ੍ਰੇਨ ਵਿੱਚ 3 ਮੁਸਲਮਾਨਾਂ ਨੂੰ ਮਾਰਤਾ, ਉਹਨੇ ਆਪਣੇ ਅਫਸਰ ਨੂੰ ਵੀ ਮਾਰਤਾ। ਸੋ ਇਹ ਘਟਨਾਵਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਲੋਕਾਂ ਦਾ ਜੀਵਨ ਖਤਰੇ 'ਚ ਹੈ। 125 ਤੋਂ ਵੱਧ ਮਸਜਿਦਾਂ ਚਰਚ ਜਿਹੜੇ ਨੇ ਉਹਨਾਂ ਨੂੰ ਡੈਮੇਜ ਕੀਤਾ ਗਿਆ, ਅੱਗ ਲੱਗ ਗਿਆ, ਭੰਨ ਤੋੜ ਕੀਤੀ ਗਈ ਮਨੀਪੁਰ 'ਚ।
ਅਤੇ ਹੁਣ ਤੀਕਨ 450 ਤੋਂ ਵੱਧ ਚਰਚਾਂ ਉੱਪਰ ਦੇਸ਼ ਵਿੱਚ ਹਮਲੇ ਹੋ ਚੁੱਕੇ। ਔਰ ਇਹ ਜੋ ਸਿੱਖ ਕਮਿਊਨਿਟੀ ਨੂੰ ਹੁਣ ਇਨਡਾਇਰੈਕਟਲੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸਿੱਖਾਂ ਕੋਲ ਕੋਈ ਹੁਣ ਪਾਏਦਾਰ ਲੀਡਰ ਹੀ ਨਹੀਂ ਹੈਗਾ। ਜਿਹੜੇ ਸਿੱਖਾਂ ਦੇ ਲੀਡਰ ਸੀਗੇ ਉਹ ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਹੀ ਨਹੀਂ ਵਧਣ ਦਿੱਤੇ। ਉਹਨਾਂ ਨੇ ਜਿੰਨੀ ਦੇਰ ਉਹਨਾਂ ਦੀ ਇਸ ਸਿੱਖ ਸਿਆਸਤ ਤੇ ਉਹਨਾਂ ਦਾ ਕਬਜ਼ਾ ਰਿਹਾ, ਕੰਟਰੋਲ ਰਿਹਾ, ਉਹਨਾਂ ਨੇ ਸਿੱਖ ਲੀਡਰਾਂ ਨੂੰ ਪੁੰਗਰਨ ਹੀ ਨਹੀਂ ਦਿੱਤਾ। ਉਹਨਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਵਧਾਇਆ, ਜਿਸ ਕਰਕੇ ਅੱਜ ਸਿੱਖਾਂ ਦਾ ਕੋਈ ਲੀਡਰ ਨਹੀਂ ਹੈਗਾ। ਜਿਹੜੇ ਧਾਰਮਿਕ ਲੀਡਰ ਹਨ ਉਹਨਾਂ ਦੀ ਵੀ ਤੁਸੀਂ ਹਾਲਤ ਦੇਖ ਸਕਦੇ ਹੋ। ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਸਾਹਿਬ ਹਨ ਉਹਨਾਂ ਦੀ ਵੀ ਤੁਸੀਂ ਦੇਖ ਸਕਦੇ ਹੋ। ਉਹਨਾਂ ਅੰਦਰ ਵੀ ਪ੍ਰਾਈਡ ਖਤਮ ਹੋ ਗਈ ਹੈ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਰਾਮ ਰਹੀਮ ਨੂੰ ਕਿਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਪਹਿਲੇ ਉਸ ਨੂੰ ਮਾਫੀ ਦੇ ਦਿੱਤੀ, ਫਿਰ ਉਸ ਨੂੰ ਕੌਮ ਦਾ ਪ੍ਰੈਸ਼ਰ ਬਣਿਆ, ਉਸ ਨੂੰ ਫਿਰ ਕੌਮ 'ਚੋਂ ਛੇਕ ਦਿੱਤਾ। ਸੋ ਇਹ ਜੋ ਸਾਰਾ ਕੁਝ ਹੈ, ਇਸ ਨਾਲ ਸਿੱਖਾਂ ਦਾ ਇਸ ਵੇਲੇ ਸਭ ਤੋਂ ਜ਼ਿਆਦਾ ਜੋ ਹੈ ਸਿੱਖ ਕੌਮ ਉਹ ਪਿੱਛੇ ਹੈ। ਉਹਨਾਂ ਦੇ ਕੋਈ ਲੀਡਰ ਨਹੀਂ। ਇਸ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏ।